ਹੈਲੋ ਸਟੂਡੈਂਟਸ, ਆਪਣੇ ਲਾਸਟ ਲੈਕਚਰ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਸਾਈਕਲੋਟ੍ਰੋਨ ਬਾਰੇ। ਉੱਥੇ ਅਸੀਂ ਇਹ ਡਿਸਕਸ ਕੀਤਾ ਕਿ ਜਿਹੜਾ ਸਾਈਕਲੋਟ੍ਰੋਨ ਹੈ ਇਸ ਦਾ ਮੀਨਿੰਗ ਕੀ ਹੈ, ਇਸ ਨੂੰ ਪੜ੍ਹਨ ਦੀ ਕਿਉਂ ਜ਼ਰੂਰਤ ਹੈ ਤੇ ਇਸ ਦਾ ਕੰਮ ਕੀ ਹੈ। ਬੇਸਿਕਲੀ ਅਸੀਂ ਉੱਥੇ ਡਿਸਕਸ ਕੀਤਾ ਕਿ ਜਿਹੜਾ ਸਾਈਕਲੋਟ੍ਰੋਨ ਹੈ ਇਹ ਇੱਕ ਤਰ੍ਹਾਂ ਦਾ ਪਾਰਟੀਕਲ ਐਕਸਲਰੇਟਰ ਹੈ। ठीक है, पार्टिकल ਨੂੰ ਅਸੀਂ ਚਾਰਜਡ ਪਾਰਟੀਕਲ ਨੂੰ ਅਸੀਂ ਕਈ ਤਰੀਕੇ ਦੇ ਨਾਲ ਐਕਸਲਰੇਟ ਕਰ ਸਕਦੇ ਹਾਂ ਤੇ ਉਹਦੇ ਵਿੱਚੋਂ ਸਾਈਕਲੋਟ੍ਰੋਨ ਇੱਕ ਮੈਥਡ ਹੈ। ਠੀਕ, ਤੇ ਇਸ ਦੇ ਨਾਲ ਅਸੀਂ ਜਿਹੜਾ ਚਾਰਜਡ ਪਾਰਟੀਕਲ ਹੈ ਉਸ ਦੀ ਵੈਲੋਸਿਟੀ ਨੂੰ ਅਪਰੋਕਸੀਮੇਟਲੀ ਕਿਸ ਦੇ ਇਕੁਅਲ ਲੈ ਕੇ ਆ ਰਹੇ ਸੀ, ਵੈਲੋਸਿਟੀ ਆਫ ਲਾਈਟ ਦੇ ਨਾਲ। ਠੀਕ ਹੈ, ਅੱਜ ਅਸੀਂ ਡਿਸਕਸ ਕਰਨਾ ਹੈ ਕਿ ਜਿਹੜਾ ਸਾਈਕਲੋਟ੍ਰੋਨ ਹੈ ਇਸ ਦੀ ਕੰਸਟਰਕਸ਼ਨ ਕਿਸ ਤਰ੍ਹਾਂ ਦੀ ਹੈ, ਕਿਵੇਂ ਇਹ ਬਣਿਆ ਹੁੰਦਾ ਹੈ। ਉਸ ਦੇ ਲਈ ਕੀ है, सपोज करो इस तरह का एक सिलेंडर होंदा है, हॉलो सिलेंडर। ठीक, काफ़ी लेंथ लॉन्ग जे हॉलो सिलेंडर, तो इस सिलेंडर के उपर मैगनैटिक फील्ड एक्ट करता है, यूनीफॉर्म मैगनैटिक फील्ड, तो पॉइंट किस तरह करता है, टूवर्ड अस लाइक दिस। मैं उस दिन जो स्टार्ट किया सीगा असी मैगनेटिज्म का यूनिट, उस तरह उस दसिया सीगा कि मैगनैटिक फील्ड दी दो डायरैक्शनस हो सकती हैं, एक इनवर्ड एक आउटवर्ड। ठीक है, सो इस सिलेंडर के अंदर जिहड़ा मैगनैटिक फील्ड है वो इस डायरेक्शन मीनस पॉइंटिंग टूवर्ड अस इस तरह एक्ट कर रहा है। तो इस होलो सिलेंडर दे विच की हुंदा है, दो डी शेप्ड मैटेलिक ऑब्जेक्ट्स हुंदे हैं, डी शेप्ड मैटेलिक ऑब्जेक्ट्स, ਤੇ ਉਹ ਵੀ ਕੀ ਹੁੰਦੇ ਨੇ, ਹੋਲੋ। ਠੀਕ, ਜਿਸ ਤਰ੍ਹਾਂ ਅਗਰ ਅਸੀਂ ਇਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਈਏ ਇਸ ਸਿਲੰਡਰ ਨੂੰ, ਤਾਂ ਹਾਫ ਪਾਰਟ ਦੇ ਵਿੱਚ ਇੱਕ ਡੀ ਤੇ ਦੂਸਰੇ ਹਾਫ ਪਾਰਟ ਦੇ ਵਿੱਚ ਸੈਕੰਡ ਡੀ, ਤੇ ਉਹ ਆਬਜੈਕਟ ਵੀ ਕਿਹਦੇ ਹੋਣ, ਮੈਟੈਲਿਕ ਆਬਜੈਕਟ ਤੇ ਹੋਲ। ਹੁਣ ਜਿਹੜੀਆਂ ਇਹ ਡੀ ਸ਼ੇਪ ਦੇ ਆਬਜੈਕਟ ਨੇ ਇਹ ਅੱਗੇ ਫਰਦਰ ਕਿਸ ਦੇ ਨਾਲ ਕਨੈਕਟਡ ਹੁੰਦੇ ਨੇ, ਔਸੀਲੇਟਰ ਦੇ ਨਾਲ। ਇਸ ਨੂੰ ਅਸੀਂ ਡਾਇਗਰਾਮ ਨਾਲ ਵੀ ਸ਼ੋ ਕਰਾਂਗੇ। ਸਿਲੰਡਰ ਦੇ ਵਿੱਚ दो डी शेप्ड ऑब्जेक्ट्स होंगे ने लाइक दिस। तो मैं तुम्हें हुणी दस के चुकी हाँ कि जिहड़ा मैगनैटिक फील्ड है वो किस डायरैक्शन दे विच एक्ट कर रहा है, पॉइंटिंग टूवर्ड अस। तो जदों अपने वाल पॉइंट करता है उस टाइम ते सानू एरो दी सिर्फ टिप नज़र आती है। इसे करके जदों भी असी उस मैगनैटिक फील्ड नू ड्रॉ बोर्ड ते शो करना है, मैं दसिया सी उसनू रिप्रेजेंट करांगे एक डॉट ऊपर सर्कल देना। क्लियर। हुण जिहड़ा ये डीज ने पार्ट है ये कित्थे कनैक्ट हुंदा है, टू ऑसीलेटर। ऑसीलेटर दे नाल ये कनैक्ट हुंदा है। क्लियर। ते जिहड़ा चार्जड पार्टिकल है उसनू असी इस जगह ते प्लेस कीता, इहनू असी रीजन 1 किया सी ਤੇ ਇੱਥੇ ਅਸੀਂ ਰੀਜ਼ਨ ਕੀ ਨਾਮ ਦਿੱਤਾ ਸੀ, 2। ਹੁਣ ਇੱਥੇ ਔਸੀਲੇਟਰ ਦਾ ਕੀ ਫੰਕਸ਼ਨ ਹੈ, ਕੀ ਕੰਮ ਹੈ ਔਸੀਲੇਟਰ ਦਾ। ਔਸੀਲੇਟਰ ਦਾ ਸਿੰਪਲੀ ਇਹ ਕੰਮ ਹੈ ਕਿ ਜਦੋਂ ਵੀ ਤੁਹਾਡਾ ਚਾਰਜਡ ਪਾਰਟੀਕਲ ਹੈ ਜਿਹੜਾ ਇਸ ਰੀਜਨ ਨੂੰ ਅਪਰੋਚ ਕਰੇਗਾ ਤਾਂ ਉਸਨੇ ਇਸ ਨੂੰ ਨੈਗੇਟਿਵ ਕਰ ਦੇਣਾ ਹੈ ਤਾਂ ਕਿ ਪੋਟੈਂਸ਼ੀਅਲ ਡਿਫਰੈਂਸ ਹੈ ਜਿਹੜਾ ਉਹ ਇਨਕਰੀਜ਼ ਪੋਟੈਂਸ਼ੀਅਲ ਡਿਫਰੈਂਸ ਇਨਕਰੀਜ਼ ਹੋ ਸਕੇ ਔਰ ਜਿਹੜਾ ਚਾਰਜ ਪਾਰਟੀਕਲ ਹੈ ਉਸਦੀ ਵੈਲੋਸਿਟੀ ਇਨਕਰੀਜ਼ ਹੋ ਜਾਏ। ਤੇ ਜਦੋਂ ਤੁਹਾਡਾ ਚਾਰਜ ਪਾਰਟੀਕਲ ਰੀਜਨ 1 ਨੂੰ ਅਪਰੋਚ ਕਰੇ ਤਾਂ ਉਸ ਟਾਈਮ ਤੇ ਜਿਹੜੀ ਆ ਪਲੇਟ ਹੈ ਇਸ ਨੂੰ ਨੈਗੇਟਿਵ ਬਣਾ ਦੇਗਾ ਤਾਂ ਜੋ ਕਿ ਪੋਟੈਂਸ਼ੀਅਲ ਡਿਫਰੈਂਸ ਇਨਕਰੀਜ਼ ਹੋ ਸਕੇ ਤੇ ਚਾਰਜਡ ਪਾਰਟੀਕਲ ਹੈ ਜਿਹੜਾ ਉਹਦੀ ਵੈਲੋਸਿਟੀ ਇਨਕਰੀਜ਼ ਹੋ ਜਾਏ। ਕਲੀਅਰ। ਸੋ ਬੇਸਿਕਲੀ ਔਸੀਲੇਟਰ ਕਰ ਕੀ ਰਿਹਾ ਹੈ, ਅਗਰ ਅਸੀਂ ਧਿਆਨ ਨਾਲ ਇਸ ਡਾਇਗਰਾਮ ਨੂੰ ਆਬਜ਼ਰਵ ਕਰੀਏ ਤਾਂ ਔਸੀਲੇਟਰ ਕੀ ਕਰ ਰਿਹਾ ਹੈ, ਡੀਜ਼ ਨੇ ਜਿਹੜੀਆਂ ਇਹ ਦੋ ਡੀਜ਼ ਨੇ ਇਹਨਾਂ ਦੀ ਪੋਲੈਰਿਟੀ ਨੂੰ ਚੇਂਜ ਕਰ ਰਿਹਾ ਹੈ। ਠੀਕ ਹੈ, ਕਿਸ ਤਰ੍ਹਾਂ, ਜਦੋਂ ਚਾਰਜ ਪਾਰਟੀਕਲ ਫਰਸਟ ਰੀਜਨ ਨੂੰ ਅਪਰੋਚ ਕਰ ਰਿਹਾ ਹੈ, ਫਰਸਟ ਮੀਨ ਇਸ ਹਾਫ ਨੂੰ, ਇਸ ਰਾਈਟ ਹੈਂਡ ਸਾਈਡ ਵਾਲੀ ਡੀ ਨੂੰ ਅਪਰੋਚ ਕਰ ਰਿਹਾ ਹੈ, ਉਸ ਟਾਈਮ ਤੇ ਇਸ ਦੀ ਪੋਲੈਰਿਟੀ ਨੈਗੇਟਿਵ ਕਰ ਰਿਹਾ ਹੈ। ਤੇ ਜਦੋਂ ਸਾਡਾ ਚਾਰਜ ਪਾਰਟੀਕਲ ਸੈਕੰਡ ਡੀ ਨੂੰ ਅਪਰੋਚ ਕਰ ਰਿਹਾ ਹੈ ਇਹ ਉਸ ਦੀ ਪੋਲੈਰਿਟੀ ਨੂੰ ਚੇਂਜ ਕਰ ਰਿਹਾ ਹੈ। ਸੋ ਬੇਸਿਕਲੀ ਔਸੀਲੇਟਰ ਦਾ ਕੰਮ ਕੀ ਹੈ, ਪੋਲੈਰਿਟੀ ਨੂੰ ਚੇਂਜ ਕਰਨਾ। ठीक है, पोलैरिटी चेंज होएगी तो जिहड़ा पोटेंशियल डिफरेंस है वो क्रिएट होएगा, इसे दे नाल जिहड़ी वेलोसिटी है चार्ज पार्टिकल दी वो इंक्रीज होएगी। ते एक चार्ज पार्टिकल जिहड़ा ऑसीलेटर है एक कर कदों रहा है, किन्ने टाइम बाद कर रहा है,
मैं ਤੁਹਾਨੂੰ एक्सप्रेशन ਡਰਾਈਵ करवाई सी कल कि ਜਿਹੜਾ t ਹੁੰਦਾ ਹੈ ਉਹ ਕਿਸ ਦੇ ਇਕੁਅਲ ਹੈ 1/μ। ਸੋ ਨਿਊ ਦੀ ਅਸੀਂ ਐਕਸਪ੍ਰੈਸ਼ਨ ਕੱਲ ਡਰਾਈਵ ਕੀਤੀ ਸੀ ਕੀ ਹੁੰਦਾ ਹੈ 2πm/qb। ਕਲੀਅਰ। ਸੋ ਇੱਕ ਜਿਹੜਾ ਚਾਰਜ ਪਾਰਟੀਕਲ ਹੈ ਇੱਕ ਸਰਕਲ ਕੰਪਲੀਟ ਕਿੰਨੇ ਟਾਈਮ ਦੇ ਵਿੱਚ ਕਰ ਰਿਹਾ ਹੈ t ਟਾਈਮ ਦੇ ਵਿੱਚ, ਬਟ t ਟਾਈਮ ਦੇ ਵਿੱਚ ਪੋਲੈਰਿਟੀ ਕਿੰਨੀ ਵਾਰ ਚੇਂਜ ਹੋ ਰਹੀ ਹੈ 2 ਵਾਰ। ਸੋ ਜਿਹੜਾ ਔਸੀਲੇਟਰ ਹੈ ਉਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਪੋਲੈਰਿਟੀ ਹੈ ਉਸ ਨੂੰ ਚੇਂਜ ਕਰ ਰਿਹਾ ਹੈ t/2 ਟਾਈਮਸ। ਔਸੀਲੇਟਰ ਨੇ ਕਿੰਨੇ ਟਾਈਮ ਦੇ ਬਾਅਦ ਪੋਲੈਰਿਟੀ ਚੇਂਜ ਕੀਤੀ ਹੈ t/2 ਟਾਈਮ, ਕਿਉਂਕਿ ਚਾਰਜਡ ਪਾਰਟੀਕਲ ਨੂੰ ਇੱਕ ਫੁੱਲ ਸਰਕਲ ਕੰਪਲੀਟ ਕਰਨ ਤੇ ਕਿੰਨਾ ਟਾਈਮ ਲੱਗ ਰਿਹਾ ਹੈ ਟਾਈਮ t, ਤੇ ਇੱਕ ਪੂਰੇ ਸਰਕਲ ਦੇ ਵਿੱਚ ਪੋਲੈਰਿਟੀ ਕਿੰਨੀ ਵਾਰ ਚੇਂਜ ਹੋ ਰਹੀ ਹੈ 2 ਵਾਰ। ਸੋ ਇੱਕ ਪੋਲੈਰਿਟੀ ਔਸੀਲੇਟਰ ਦਾ ਟਾਈਮ ਤੁਸੀਂ ਕਿੰਨਾ ਸੈੱਟ ਕਰੋਗੇ ਪੋਲੈਰਿਟੀ ਚੇਂਜ ਕਰਨ ਦਾ t/2, ਕਿਉਂਕਿ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ ਸਰਕਲ ਚਾਹੇ ਬੜਾ ਹੈ ਚਾਹੇ ਸਰਕਲ ਛੋਟਾ ਹੈ, ਦਿਸ एक्सप्रेशन इज इंडिपेंडेंट ऑफ वेलोसिटी। सो मैटर नहीं करता कि सर्कल बड़ा है या छोटा, टाइम टेकन बाय द चार्ज पार्टिकल टू कंप्लीट वन सर्कल विल रिमेन सेम। इज इट क्लियर? सो t/2 टाइम दे विच जेड़ा चार्ज पार्टिकल है उसने अपनी पोलैरिटी सॉरी ऑसीलेटर ने अपनी पोलैरिटी t/2 टाइम दे विच चेंज कर लेनी है। तो की होएगा थोड़े चार्ज पार्टिकल ने जदों इत्थे प्लेस किया ਤਾਂ ਮੈਗਨੈਟਿਕ ਫੀਲਡ ਲੱਗ ਰਿਹਾ ਹੈ। ਮੈਗਨੈਟਿਕ ਫੀਲਡ ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਵੀ ਚਾਰਜ ਪਾਰਟੀਕਲ ਨੂੰ ਮੈਗਨੈਟਿਕ ਫੀਲਡ ਦੇ ਅੰਦਰ ਰਿਲੀਜ਼ ਕਰਾਂਗੇ ਜਿਹੜਾ ਕਿ ਪਰਪੈਂਡੀਕੂਲਰ ਐਕਟ ਕਰ ਰਿਹਾ ਹੈ ਟੂ ਦਾ ਡਾਇਰੈਕਸ਼ਨ ਆਫ ਵੈਲੋਸਿਟੀ ਆਫ ਚਾਰਜ ਪਾਰਟੀਕਲ, ਤਾਂ ਕੀ ਹੋਏਗਾ ਉਹ ਸਰਕੂਲਰ ਪਾਥ ਨੂੰ ਫੋਲੋ ਕਰੇਗਾ। ਸੋ ਇਹ ਇਸ ਤਰ੍ਹਾਂ ਮੂਵ ਕਰਨਾ ਸ਼ੁਰੂ ਕਰ ਦੇਗਾ। ਠੀਕ, ਜਦੋਂ ਇਹ ਇਸ ਰੀਜਨ ਦੇ ਵਿੱਚ ਐਂਟਰ ਕੀਤਾ ਤਾਂ ਇੱਥੇ ਇਸ ਦੇ ਨਜ਼ਦੀਕ ਤਾਂ ਔਸੀਲੇਟਰ ਨੇ ਆਪਣੀ ਪੋਲੈਰਿਟੀ ਚੇਂਜ ਕਰਤੀ, ਪੋਟੈਂਸ਼ੀਅਲ ਡਿਫਰੈਂਸ ਇਨਕਰੀਜ਼ ਹੋ ਗਿਆ, ਵੈਲੋਸਿਟੀ ਇਨਕਰੀਜ਼ ਕਰ ਦੀ, ਤੇ ਜਦੋਂ ਹੀ ਚਾਰਜ ਪਾਰਟੀਕਲ ਇਸ ਰੀਜਨ ਤੋਂ ਬਾਹਰ ਆਏਗਾ ਤਾਂ ਕੀ ਹੋਏਗਾ ਉਹ ਸਿੰਪਲ ਮੈਗਨੈਟਿਕ ਫੀਲਡ ਦੇ ਅੰਦਰ ਐਂਟਰ ਕਰ ਗਿਆ। ਠੀਕ ਹੈ, ਹੁਣ ਸਿਰਫ ਔਰ ਸਿਰਫ ਮੈਗਨੈਟਿਕ ਫੀਲਡ ਹੈ ਤਾਂ ਕੀ ਹੋਏਗਾ ਚਾਰਜ ਆਪਣਾ ਉਹੀ ਨਾਰਮਲ ਸਰਕੂਲਰ ਪਾਥ ਫੋਲੋ ਕਰੇਗਾ ਔਰ मूव करेगा। अगेन जदों ਉਹ इस रीजन ਦੇ ਵਿੱਚ एंटर करेगा तो ऑसीलेटर ने t/2 टाइम तो बाद अपनी पोलैरिटी ਨੂੰ चेंज कर देना है। पोलैरिटी चेंज होगी, पोटेंशियल डिफरेंस क्रिएट हो जाएगा, उसकी वेलोसिटी इंक्रीज हो जाएगी एंड द चार्ज विल मूव फ्रॉम दिस रीजन। जदों ही इस रीजन तो बाहर स्टेप डाउन कर गया अगेन इट विल एंटर इनटू द मैग्नेटिक फील्ड ओनली। ਤੇ ਨਾਰਮਲ ਮੈਗਨੈਟਿਕ ਫੀਲਡ ਦੇ ਅੰਦਰ ਜਿਹੜਾ ਕਿ ਉਸਦੇ ਪਰਪੈਂਡੀਕੂਲਰ ਡਾਇਰੈਕਸ਼ਨ ਦੇ ਵਿੱਚ ਐਕਟ ਕਰ ਰਿਹਾ ਹੈ ਦ ਚਾਰਜ ਪਾਰਟੀਕਲ ਵਿਲ ਮੂਵ ਇਨ ਅ ਸਰਕੂਲਰ ਪਾਥ। ਤੇ ਇਹ ਪ੍ਰੋਸੈਸ ਕੰਟੀਨਿਊ ਰਹੇਗੀ। ਚਾਰਜ ਪਾਰਟੀਕਲ ਐਂਟਰ ਕਰਦਾ ਰਹੇਗਾ, ਪੋਲੈਰਿਟੀ ਚੇਂਜ ਹੁੰਦੀ ਰਹੇਗੀ ਆਫਟਰ ਅ ਫਿਕਸਡ ਇੰਟਰਵਲ ਆਫ ਟਾਈਮ, ਤੇ ਇਸ ਦੀ ਵੈਲੋਸਿਟੀ ਇਨਕਰੀਜ਼ ਕਰਦੀ ਰਹੇਗੀ। ਅਲਟੀਮੇਟਲੀ ਕੀ ਹੋਏਗਾ ਜਦੋਂ ਇਸ ਚਾਰਜ ਪਾਰਟੀਕਲ ਦੀ ਵੈਲੋਸਿਟੀ डिजायर्ड वेलोसिटी ਜਿਹੜੀ ਕਿ ਸਾਡੀ ਅਪਰੋਕਸੀਮੇਟਲੀ ਇਕੁਅਲ ਟੂ ਦਾ ਵੈਲੋਸਿਟੀ ਆਫ ਲਾਈਟ ਹੈ ਉਹ ਅਪਰੋਚ ਕਰ ਜੇਗੀ, ਉਸ ਟਾਈਮ ਤੇ ਤੁਸੀਂ ਇਸ ਚਾਰਜ ਨੂੰ ਇੱਥੋਂ ਬਾਹਰ ਨਿਕਾਲ ਸਕਦੇ ਹੋ। ਕਲੀਅਰ? ਸੋ ਇਹ ਹੈ ਕਨਸੈਪਟ ਸਾਈਕਲੋਟ੍ਰੋਨ ਦਾ। ਅਸੀਂ ਉਸ ਦਾ ਬੇਸਿਕ ਫੰਡਾਮੈਂਟਲ ਕੀ ਹੈ ਉਸ ਨੂੰ ਸਮਝਿਆ ਆਪਣੇ ਲਾਸਟ ਲੈਕਚਰ ਦੇ ਵਿੱਚ, ਤੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਦੀ ਕੰਸਟਰਕਸ਼ਨ ਬਾਰੇ ਦੱਸਾਂਗੇ ਤੇ ਵਰਕਿੰਗ ਬਾਰੇ ਉਹ ਅਸੀਂ ਅੱਜ ਡਿਸਕਸ ਕੀਤਾ। 2 ਫਾਰਮੂਲਾ ਅਸੀਂ ਇਸ ਦੇ ਵਿੱਚ ਯੂਜ਼ ਕੀਤੇ ਨੇ ਜਿਨ੍ਹਾਂ ਨੂੰ ਮੈਂ ਤੁਹਾਨੂੰ ਡਰਾਈਵ ਕਰਵਾਇਆ ਸੀ ਜਦੋਂ ਅਸੀਂ ਡਿਸਕਸ ਕੀਤਾ ਸੀਗਾ ਕਨਸੈਪਟ ਮੋਸ਼ਨ ਆਫ ਚਾਰਜ ਇਨ ਅ ਮੈਗਨੈਟਿਕ ਫੀਲਡ। ਕਲੀਅਰ? ਸੋ ਆਈ ਥਿੰਕ ਤੁਹਾਨੂੰ ਕਲੀਅਰ ਹੈ ਹੁਣ ਕਿ ਸਾਈਕਲੋਟ੍ਰੋਨ ਕੀ ਹੈ, ਕਿਉਂ ਅਸੀਂ ਇਸ ਨੂੰ ਯੂਜ਼ ਕਰ ਰਹੇ ਹਾਂ, ਕਿਉਂ ਇਸ ਦੀ ਜ਼ਰੂਰਤ ਪਈ ਤੇ ਇਹ ਕਿਸ ਪ੍ਰਿੰਸੀਪਲ ਦੇ ਉੱਪਰ ਵਰਕ ਕਰਦਾ ਹੈ। ਹੁਣ ਇੱਥੇ 2 ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਪਹਿਲੀ ਗੱਲ ਕਿ ਕਈ ਸਟੂਡੈਂਟਸ ਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਪੜ੍ਹਨ ਦਾ ਕੀ ਫਾਇਦਾ। ਜਦੋਂ ਅਸੀਂ ਕਦੇ ਆਪਣੀ +2 ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਕਰਕੇ ਜਾਵਾਂਗੇ ਤਾਂ ਸਾਨੂੰ ਇਹਨਾਂ ਚੀਜ਼ਾਂ ਦੀ ਕੀ ਜ਼ਰੂਰਤ ਹੈ, ਇਹਨਾਂ ਦਾ ਕੋਈ ਡੇਲੀ ਲਾਈਫ ਦੇ ਵਿੱਚ ਯੂਜ਼ ਨਹੀਂ ਹੈ। ਬਟ ਉਹ ਗਲਤ ਨੇ। ਇਹ ਚੀਜ਼ਾਂ ਜਿਹੜੀਆਂ ਸਾਈਕਲੋਟ੍ਰੋਨ ਨੇ, ਪਾਰਟੀਕਲ ਐਕਸਲਰੇਟਰਸ ਨੇ, ਇਹ ਨਾ ਸਿਰਫ ਪਾਰਟੀਕਲ ਫਿਜ਼ਿਕਸ ਦੇ ਵਿੱਚ ਬਲਕਿ ਸਾਡੀ ਡੇਲੀ ਲਾਈਫ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ। ਜੋ ਵੀ ਤੁਸੀਂ ਕੰਫਰਟ ਆਪਣੀ ਲਾਈਫ ਦੇ ਵਿੱਚ ਦੇਖਦੇ ਹੋ ਉਹ ਸਾਰਾ ਕੰਫਰਟ ਟੈਕਨੋਲੋਜੀ ਤੋਂ ਹੀ ਆਉਂਦਾ ਹੈ।
ठीक है। सब फॉर एग्जाम्पल मैं तुहानूं एक छोटी जी एग्जाम्पल दिंदी हाँ कि जिहड़ा अब आजकल असी LEDs LCD या प्लाज्मा टीवी देखते हैं, इन्हां तो पहलां जिहड़े पुराने टीवी अगर किसी स्टूडेंट ने देखे होण तां उन्हां दे विच एक अज वाला मॉडर्न कॉन्सैप्ट नहीं सी। उत्थे असी एक्सलरेटर यूज़ करते सी CRO की है कैथोड रे ऑसिलोस्कोप। कैथोड रे ऑसिलोस्कोप इज़ ए काइंड ऑफ पार्टिकल एक्सलरेटर जिहदे विच जिहड़े इलैक्ट्रॉन्स ने उन्हां नूं असीं मूव करवा के स्ट्राइक करवाने आ एक जिंक सल्फाइड दी स्क्रीन दे उपर जिहड़ा कि फ्लोरोसेंट मटीरियल है। तुसीं आई थिंक कैमिस्ट्री दे लैक्चरस दे विच सुनिया होएगा फ्लोरोसेंस बारे, ਤਾਂ अगर नहीं पता तो वो लैक्चरस ਨੂੰ ਜ਼ਰੂਰ देखना कैमिस्ट्री ਦੇ, ਉਹਦੇ ਵਿੱਚ ਦੱਸਿਆ ਹੋਏਗਾ कि फ्लोरोसेंस ਹੁੰਦੀ ਕੀ ਹੈ। सो कैथोड रे ऑसिलोस्कोप के अंदर की किया जाता है, इलैक्ट्रॉन्स ਨੂੰ जिंक सल्फाइड ਦੀ ਸਕਰੀਨ ਉੱਪਰ ਸਟ੍ਰਾਈਕ ਕਰਵਾਇਆ ਜਾਂਦਾ ਹੈ ਜਿਹੜੇ ਕਿ ਮੈਗਨੈਟਿਕ ਫੀਲਡ ਇਲੈਕਟ੍ਰਿਕ ਫੀਲਡ ਦੇ ਵਿੱਚ ਮੂਵ ਕਰਦੇ ਨੇ ਤੇ ਉੱਥੇ ਸਿੰਟੀਲੇਸ਼ਨਸ ਪ੍ਰੋਡਿਊਸ ਹੁੰਦੀਆਂ ਨੇ, ਮੀਨਸ ਡਾਟਸ ਬਣਨੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਇਹ ਉਹੀ ਡਾਟਸ ਨੇ ਜਿਨ੍ਹਾਂ ਨੂੰ ਕਲੱਬ ਕਰਨ ਤੋਂ ਬਾਅਦ ਜਿਹੜੀ ਪਿਕਚਰ ਹੈ ਜੋ ਅਸੀਂ ਟੀਵੀ ਤੇ ਦੇਖ ਰਹੇ ਹਾਂ ਉਹ ਬਣਦੀ ਹੈ। ठीक है। सो ये तो नॉर्मली मैं थोनों एक दो लाइन्स दे विच समझाया है, ये बहुत ही बड़ा कॉन्सैप्ट है CRO का तो काफ़ी इंटरस्टिंग भी है। क्लियर। सो ये नहीं कि जिहड़े पार्टिकल एक्सीलरेटर्स ने उन्होंने पढ़ना वेस्टेज है, नो, हर एक जो भी असी कॉन्सैप्ट फिजिक्स के अंडर स्टडी करते हैं उसका कुछ ना कुछ रिलेशन डेली लाइफ के नाल जरूर होंदा है। सो आई रिक्वेस्ट कि जदों भी तुसी कोई भी फिनोमिना पढ़ो उस दे नाल डेली लाइफ नूं जोड़ के पढ़ोगे तो तुहानूं पढ़न दे विच भी और उसनूं समझण दे विच भी आसानी होएगी। जिवें कि असी कल हेलीकल पाथ वाला फिनोमिना पढ़िया सी ते उसनूं अंडरस्टैंड कीता सी, तां आई एम श्योर कि तुहाडा विचों किसी भी स्टूडेंट ने उसनूं देखिया होएगा। मैं तुहानूं कहा सीगा कि सर्च करना अरोरा की लाइट्स की ने, अरोरा बोरियालिस की है, अरोरा ऑस्ट्रेलिस की है ते नॉर्दर्न लाइट्स की है, इन्हां नूं जरूर सर्च करना, वो भी साडी डेली लाइफ दे नाल रिलेटेड कॉन्सैप्ट है। सो पहली गल इत्थे मुकदी है कि ये जिहड़ा साइक्लोट्रॉन है पार्टिकल एक्सीलरेटर है, इसनूं असीं डेली लाइफ दे विच भी यूज़ करदे हां ते CRO एक एग्जाम्पल है एक्सीलरेटर दी। सैकेंड थिंग, जे तुसीं इस एक्सप्रैशन नूं ध्यान नाल देखो, असीं कह रहे हां कि जिहड़ी फ्रीक्वेंसी है दैट इज़ इंडिपेंडेंट ऑफ वेलोसिटी, बट यह सारी वेलोसिटीज़ दे लई ट्रू नहीं है। ਅਸੀਂ ਗੱਲ ਕਰ ਰਹੇ ਹਾਂ जे कि चार्ज पार्टिकल की वेलोसिटी कित्थे तक लैके जानी है, अप्रोक्सीमेटली इक्वल टू दी वेलोसिटी ऑफ लाइट। बट जदों चार्ज पार्टिकल की जिहड़ी वेलोसिटी है वेलोसिटी ऑफ लाइट तो अगर ज़्यादा हो जाती है, वेलोसिटी ऑफ लाइट तो इक्वल हो जाती है, तो उत्थे कॉन्सैप्ट यूज़ होंदा है रिलेटिविटी का। ठीक है। तो रिलेटिविटी दे विच जिहड़ा मास है वो सेम मास नहीं रहिंदा, वो चेंज हो जाता है। इवन वेलोसिटी भी सेम तरह बिहेव नहीं करेगी। तो जदों असी उस पॉइंट के उपर पहुँच जाएंगे उस टाइम पर जिहड़ी ये एक्सप्रैशन है यह इंडिपेंडेंट ऑफ वेलोसिटी नहीं होएगी, ये वेलोसिटी ते डिपेंड करेगी क्योंकि उस केस दे विच जिहड़ा मास है वो भी चेंज हो जाता है। आई एम नॉट गोइंग टू डिस्कस द डिटेल्स ऑफ रिलेटिविटी क्योंकि वो थोड़े पार्ट सिलेबस का पार्ट नहीं है, बट हाँ अगर असी कदे कॉन्सैप्ट नूं स्टडी करांगे रिलेटिविटी दे तो मैं उत्थे जरूर दसांगी कि जिहड़ी वेलोसिटी है उहदे विच की चेंज आएगा तो जिहड़ा मास है वो किवें चेंज होएगा। बट फॉर द प्रेजेंट डिस्कशन इन्ना समझ लेना जरूरी है क्योंकि MCQ दे विच कई बार ये क्वेश्चन पूछ लिया जाता है कि किस वेलोसिटी तक जिहड़ा ये एक्सप्रैशन है ये वर्क करता है। सो जदों तक रिलेटिविटी का कॉन्सैप्ट एंटर नहीं होंदा उदों तक जिहड़ी फ्रीक्वेंसी है दैट इज़ इंडिपेंडेंट ऑफ वेलोसिटी, बट जदों रिलेटिविटी का कॉन्सैप्ट आंदा एंटर करता है उस टाइम पे दिस फ्रीक्वेंसी विल नॉट डिपेंड अपॉन द वेलोसिटी ऑफ द this expression will depend upon the velocity and mass क्योंकि change हो जाएगा। सो ये सी स्टूडेंट्स थोड़ा कॉन्सैप्ट साइक्लोट्रॉन का ते इत्थे तक हुण जो असी डिस्कस किया वो तुहानूं जिहड़ी नॉलेज है ये दिती गई कि लॉरेंट्स फोर्स की है, उसका फॉर्मूला की है, उसकी डायरेक्शन किवें कैलकुलेट करनी है और जिहड़ा कॉन्सैप्ट असी डिस्कस किया अपने लास्ट लैक्चरस दे विच कि अगर कोई चार्ज पार्टिकल मैगनैटिक फील्ड के अंदर मूव करता है तो वह पाथ केड़ा फॉलो करेगा। क्लियर।
ਤੇ ਦੂਸਰਾ ਅਗਰ ਉਹਦੇ ਜਿਹੜਾ ਮੈਗਨੈਟਿਕ ਫੀਲਡ ਹੈ ਉਹ ਪਰਪੈਂਡੀਕੂਲਰ ਨਾ ਹੋ ਕੇ ਕਿਸੇ ਹੋਰ ਡਾਇਰੈਕਸ਼ਨ ਦੇ ਵਿੱਚ ਹੋਏ, ਉਸ ਕੇਸ ਦੇ ਵਿੱਚ ਉਹਦਾ ਪਾਥ ਕਿਹੜਾ ਹੋਏਗਾ। ਤੇ ਵਾਈ ਵੀ ਆਰ ਇੰਟਰਸਟਿਡ ਇਨ ਡਿਸਕਸਿੰਗ ਦਾ ਮੋਸ਼ਨ ਆਫ ਥੀਸ ਚਾਰਜਡ ਪਾਰਟੀਕਲਸ, ਕਿਉਂਕਿ ਇਸ ਤੋਂ ਹੀ ਸਾਨੂੰ ਜਿਹੜਾ ਯੂਨੀਵਰਸ ਹੈ ਉਹਦੀ ਫੰਕਸ਼ਨਿੰਗ ਤੇ ਉਹਦੇ ਜਿਹੜੇ ਵਰਕ ਹੈ ਕਿਵੇਂ ਹੈ ਜੀ ਸਾਡਾ ਯੂਨੀਵਰਸ ਦੀ ਐਗਜ਼ਿਸਟੈਂਸ ਹੋਈ ਤੇ ਫੰਕਸ਼ਨਿੰਗ ਹੈ ਉਸ ਦੇ ਬਾਰੇ ਪਤਾ ਲੱਗਦਾ ਹੈ। ਸੋ ਹੁਣ ਤੱਕ ਜੋ ਵੀ ਅਸੀਂ ਡਿਸਕਸ ਕੀਤਾ, ਅਗਰ ਤੁਹਾਨੂੰ ਯਾਦ ਹੋਏ ਮੈਂ ਵੈਰੀ ਫਸਟ ਲੈਕਚਰ ਦੇ ਵਿੱਚ ਤੁਹਾਨੂੰ ਕਿਹਾ ਸੀਗਾ ਕਿ ਮੈਗਨੇਟਿਜ਼ਮ ਹੈ ਜਿਹੜਾ ਉਹ ਸਟੂਡੈਂਟਸ ਨੂੰ ਜਨਰਲੀ ਬਹੁਤ ਟਫ ਲੱਗਦਾ ਹੈ। ਉਸ ਦਾ ਰੀਜ਼ਨ ਕੀ ਹੈ ਕਿ ਅੰਡਰਸਟੈਂਡਿੰਗ ਪ੍ਰੋਪਰ ਵੇ ਨਾਲ ਨਹੀਂ ਹੋ ਪਾਉਂਦੀ। ਅਗਰ ਤੁਹਾਨੂੰ ਯਾਦ ਹੋਏ ਉੱਥੇ ਮੈਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਦੋ ਹੀ ਗੱਲਾਂ ਬਾਰੇ ਡਿਸਕਸ਼ਨ ਕਰਾਂਗੇ। ਪਹਿਲੀ ਗੱਲ ਕੀ ਸੀਗੀ, ਮੂਵਿੰਗ ਚਾਰਜ ਪ੍ਰੋਡਿਊਸ ਮੈਗਨੈਟਿਕ ਫੀਲਡ। Moving charges produce magnetic field। ठीक है, मैं ਉੱਥੇ ਇਹ ਦੱਸਿਆ ਸੀਗਾ ਕਿ ਅਸੀਂ ਸਿਰਫ ਔਰ ਸਿਰਫ ਦੋ ਹੀ ਚੀਜ਼ਾਂ ਦੇ ਉੱਪਰ ਕਨਸੈਂਟਰੇਟ ਕਰਾਂਗੇ ਮੈਗਨੇਟਿਜ਼ਮ ਦੇ ਵਿੱਚ, ਔਰ ਇਸ ਤੋਂ ਇਲਾਵਾ ਅਸੀਂ ਕੋਈ ਗੱਲ ਨਹੀਂ ਕਰਾਂਗੇ। ਠੀਕ ਹੈ, आई थिंक ਹੁਣ तक ਤੁਹਾਨੂੰ डिफिकल्ट नहीं लग रहा होएगा मैग्नेटिज्म, क्योंकि रिपीट करके पढ़ो इस चीज़ ਨੂੰ ਤਾਂ बहुत बेनिफिशियल होएगी। दूसरा ਅਸੀਂ ਕੀ ਕਿਹਾ ਸੀਗਾ कि मूविंग चार्ज when placed in magnetic field, experience force। ਤੇ ਅਗਰ ਤੁਸੀਂ ਧਿਆਨ ਨਾਲ ਦੇਖੋ ਜੋ ਪਿਛਲੇ ਕੁਝ ਲੈਕਚਰਸ ਨੇ ਉਹਨਾਂ ਦੇ ਵਿੱਚ ਅਸੀਂ ਕੀ ਡਿਸਕਸ ਕਰ ਰਹੇ ਸੀਗੇ ਕਿ ਜਦੋਂ ਕੋਈ ਚਾਰਜ ਅਸੀਂ ਮੈਗਨੈਟਿਕ ਫੀਲਡ ਦੇ ਵਿੱਚ ਰੱਖੀਏ ਤਾਂ ਉਹਦੇ ਉੱਪਰ ਕੋਈ ਨਾ ਕੋਈ ਫੋਰਸ ਲੱਗਦੀ ਹੈ। ਇਹੀ ਡਿਸਕਸ ਕੀਤਾ। ਉਹ ਫੋਰਸ ਕਿਹੜੀ ਸੀ? ਲॉरेंट्ज ਫੋਰਸ। ਉਹਦੀ ਡਾਇਰੈਕਸ਼ਨ, ਉਹਦਾ ਫਾਰਮੂਲਾ ਇਹੀ ਡਿਸਕਸ ਕਰਕੇ ਚੁੱਕੇ ਹਾਂ ਅਸੀਂ ਸਾਰਾ ਕੁਝ। ਠੀਕ ਹੈ ਨਾ। ਸੋ ਇਸ ਚੀਜ਼ ਬਾਰੇ ਅਸੀਂ ਪਿਛਲੇ ਕੁਝ ਲੈਕਚਰਸ ਦੇ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ। ਠੀਕ ਹੈ, ਤੇ ਹੁਣ ਅਸੀਂ ਡਿਸਕਸ਼ਨ ਨੂੰ ਕਿੱਥੇ ਕਨਸੈਂਟਰੇਟ ਕਰਨਾ ਹੈ, ਇੱਥੇ ਕਿ ਅਗਰ ਕੋਈ ਚਾਰਜ ਮੂਵ ਕਰਦਾ ਹੈ ਤਾਂ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ ਹੈ। ਸੋ ਅੱਜ ਤੋਂ ਬਾਅਦ ਸਾਡੀ ਡਿਸਕਸ਼ਨ ਕੀ ਹੋਏਗੀ ਕਿ ਜਦੋਂ ਕੋਈ ਚਾਰਜ ਮੂਵ ਕਰਦਾ ਹੈ ਤਾਂ ਉਹ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਦਾ ਹੈ। ਉਹ ਮੈਗਨੈਟਿਕ ਫੀਲਡ ਕਿਸ ਤਰ੍ਹਾਂ ਦਾ ਹੋਏਗਾ, ਕਿਵੇਂ ਪ੍ਰੋਡਿਊਸ ਹੋਏਗਾ ਤੇ ਉਸ ਦੀ ਡਾਇਰੈਕਸ਼ਨ ਕੀ ਹੋਏਗੀ, ਇਸ ਚੀਜ਼ ਦੇ ਉੱਪਰ ਸਾਨੇ ਕਨਸੈਂਟਰੇਟ ਕਰਨਾ ਹੈ। ਠੀਕ ਹੈ, ਸੋ ਇਸ ਪਾਰਟ ਨੂੰ ਮੈਂ ਰਿਮੂਵ ਕਰ ਰਹੀ ਹਾਂ ਕਿਉਂਕਿ ਇਹ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਕਲੀਅਰ। ਹੁਣ ਅਸੀਂ ਡਿਸਕਸ ਕਰਾਂਗੇ ਕਿ ਇਹ ਜਿਹੜਾ ਮੈਗਨੈਟਿਕ ਫੀਲਡ ਹੈ ਇਹ ਕਿੱਥੋਂ ਓਰੀਜਿਨੇਟ ਹੋਇਆ, ਕਿ ਕੀ ਇਹਦਾ ਮੀਨਿੰਗ ਹੈ ਤੇ ਇਸ ਨੂੰ ਕਿਵੇਂ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ। ਠੀਕ ਹੈ, ਸੋ ਹੁਣ ਅਸੀਂ ਡਿਸਕਸ ਕਰਨਾ ਹੈ ਕਿ ਅਗਰ ਕਿਸੇ ਵਾਇਰ ਦੇ ਵਿੱਚ ਕਰੰਟ ਪਾਸ ਕਰੀਏ ਤਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਏਗਾ, ਤਾਂ ਉਸ ਫੀਲਡ ਦੀ ਡਾਇਰੈਕਸ਼ਨ ਕੀ ਹੋਏਗੀ। ਇਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਕੁਝ ਇੰਪੋਰਟੈਂਟ ਚੀਜ਼ ਹੈ ਉਸ ਨੂੰ ਡਿਸਕਸ ਕਰਦੇ ਹਾਂ। ਠੀਕ ਹੈ, ਅਗਰ ਅਸੀਂ ਦੋ ਮੈਗਨੇਟਸ ਨੂੰ ਕਲੋਜ਼ ਲੈ ਕੇ ਆਈਏ ਤਾਂ ਕੀ ਹੋਏਗਾ। ਤੁਹਾਡੇ ਕੋਲ ਦੋ ਮੈਗਨੇਟਸ ਨੇ, ਨਾਰਥ ਪੋਲ ਹੈ, ਸਾਊਥ ਪੋਲ ਹੈ। ਮੈਂ ਇੱਕ ਹੋਰ ਮੈਗਨੇਟ ਇਸ ਦੇ ਕਲੋਜ਼ ਲੈ ਕੇ ਆਈ, ਪਹਿਲਾਂ ਨਾਰਥ ਪੋਲ ਨੂੰ ਸਾਊਥ ਪੋਲ ਦੇ ਨਾਲ ਕਲੋਜ਼ ਕੀਤਾ ਤਾਂ ਕੀ ਹੋਏਗਾ, ਇਹ ਮੈਗਨੇਟ ਆਪਸ ਦੇ ਵਿੱਚ ਅਟਰੈਕਟ ਹੋਣਗੀਆਂ। ਅਗਰ ਰਿਵਰਸ ਦੇਖੀਏ, ਇਸ ਦਾ ਸਾਊਥ ਪੋਲ ਲੈ ਕੇ ਆਈਏ, ਇਹਦਾ ਨਾਰਥ ਪੋਲ ਲੈ ਕੇ ਆਈਏ ਤਾਂ ਕੀ ਹੋਏਗਾ, ਦੋਨੋਂ ਮੈਗਨੇਟਸ ਇੱਕ ਦੂਸਰੇ ਨੂੰ ਰਿਪੈਲ ਕਰਨਗੀਆਂ। ਇਹਦਾ ਮੀਨਿੰਗ ਕੀ ਹੈ, ਅਗਰ ਅਸੀਂ ਇਲੈਕਟ੍ਰਿਸਿਟੀ ਚੈਪਟਰ ਦੇ ਨਾਲ, ਇਲੈਕਟ੍ਰੋਡਾਇਨਾਮਿਕਸ ਦੇ ਨਾਲ ਇਸ ਨੂੰ ਕਨੈਕਟ ਕਰੀਏ ਤਾਂ ਕੀ ਹੋਏਗਾ, ਉੱਥੇ ਦੋ ਤਰ੍ਹਾਂ ਦੇ ਚਾਰਜ ਸੀ ਸਾਡੇ ਕੋਲ, ਪੋਜ਼ਿਟਿਵ ਤੇ ਨੈਗੇਟਿਵ। ਠੀਕ ਹੈ, ਬਟ ਇੱਥੇ ਸਾਡੇ ਕੋਲ ਕੀ ਹੈ, ਇੱਥੇ ਮੈਗਨੇਟ ਹੈ ਜਿਹਦੇ ਦੋ ਪੋਲਸ ਨੇ ਜਿਨ੍ਹਾਂ ਨੂੰ ਅਸੀਂ ਸੈਪਰੇਟ ਨਹੀਂ ਕਰ ਸਕਦੇ। ਤਾਂ ਹੋ ਕੀ ਰਿਹਾ ਹੈ, ਬੇਸਿਕਲੀ ਅਟਰੈਕਸ਼ਨ ਹੋ ਰਹੀ ਹੈ ਤੇ ਰਿਪਲਸ਼ਨ ਹੋ ਰਹੀ ਹੈ, ਦੋਨੋਂ ਜਗ੍ਹਾ ਤੇ। ਇੱਕ ਤੇ ਅਟਰੈਕਸ਼ਨ ਹੋ ਰਹੀ ਹੈ, ਇੱਕ ਤੇ ਰਿਪਲਸ਼ਨ ਹੋ ਰਹੀ ਹੈ। ਤਾਂ ਇਸ ਨੂੰ ਐਕਸਪਲੇਨ ਕਰਨ ਦੇ ਲਈ ਅਸੀਂ ਕੀ ਕਹਿ ਸਕਦੇ ਹਾਂ ਕਿ ਜਿਹੜਾ ਸਪੇਸ ਹੈ ਬਿਟਵੀਨ ਦਾ ਟੂ ਮੈਗਨੇਟਸ ਉਹ ਚੇਂਜ ਹੋ ਰਿਹਾ ਹੈ।
ਜਦੋਂ ਇੱਕ ਮੈਗਨੇਟ ਦੇ ਅਰਾਊਂਡ ਜਿਹੜਾ ਸਪੇਸ ਹੈ, ਜਿਹੜਾ ਫੀਲਡ ਹੈ ਉਹ ਚੇਂਜ ਹੋ ਰਿਹਾ ਹੈ, ਤਾਂ ਉਹ ਫੀਲਡ ਦੂਸਰੀ ਮੈਗਨੇਟ ਦੇ ਉੱਪਰ ਫੋਰਸ ਲਗਾ ਰਿਹਾ ਹੈ, ਜਿਸ ਦੇ ਨਾਲ ਅਟਰੈਕਸ਼ਨ ਜਾਂ ਰਿਪਲਸ਼ਨ ਹੋ ਰਹੀ ਹੈ। ਠੀਕ ਹੈ, ਹੁਣ ਇਸ ਚੀਜ਼ ਨੂੰ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਦੋ ਮੈਗਨੇਟ ਦੇ ਅੰਦਰ ਹੈ ਜਿਹੜਾ ਸਪੇਸ ਚੇਂਜ ਹੋ ਰਿਹਾ ਹੈ। ਤੇ ਇਹ ਕਨਸੈਪਟ ਇਲੈਕਟ੍ਰਿਸਿਟੀ ਦੇ ਕਨਸੈਪਟ ਤੋਂ ਥੋੜਾ ਡਿਫਰੈਂਟ ਹੈ। ਕਿਉਂ? ਕਿਉਂਕਿ ਜਿਹੜਾ ਉੱਥੇ ਕਨਸੈਪਟ ਹੈ ਉਹ ਨਿਊਟੋਨੀਅਨ ਮਕੈਨਿਕਸ ਦੇ ਉੱਪਰ ਬੇਸਡ ਹੈ, ਤੇ ਨਿਊਟੋਨੀਅਨ ਮਕੈਨਿਕਸ ਦੇ ਵਿੱਚ ਸਾਨੂੰ ਇਹ ਪਤਾ ਹੈ ਕਿ ਜਿਹੜੀ ਫੋਰਸ ਹੈ ਉਹ ਇਨਸਟੈਂਟੇਨੀਅਸਲੀ ਲੱਗਦੀ ਹੈ, ਬਟ ਇੱਥੇ ਜਿਹੜੀ ਫੋਰਸ ਹੈ ਉਹ ਇਨਸਟੈਂਟੇਨੀਅਸਲੀ ਨਹੀਂ ਲੱਗ ਰਹੀ, ਕਿਉਂਕਿ ਇਹ ਸਪੇਸ ਦੇ ਨਾਲ ਰਿਲੇਟਡ ਹੈ। ਸਪੇਸ ਦੇ ਨਾਲ ਰਿਲੇਟਡ ਹੋਣ ਕਰਕੇ ਜਿਹੜੀ ਫੋਰਸ ਹੈ ਉਸ ਦੇ ਵਿੱਚ ਕੁਝ ਡਿਲੇ ਹੋ ਰਿਹਾ ਹੈ। ਕਿਸ ਤਰ੍ਹਾਂ ਦਾ ਡਿਲੇ? ਦੇਖੋ, ਪਹਿਲਾਂ ਸਪੇਸ ਚੇਂਜ ਹੋ ਰਹੀ ਹੈ, ਠੀਕ ਹੈ, ਉਹ फोर्स एग्जर्ट कर रही है, फोर्स लगाएगी, चेंज प्रोड्यूस करेगी, दूसरी मैगनेट के ऊपर फोर्स लगाएगी, वन बाय वन एक पार्टिकल दूजा पार्टिकल इस तरह। ठीक है, तो इस करके जदों असी मैगनेटिज्म का कॉन्सैप्ट स्टडी करते हैं तो थोड़ा डिफरेंट है वो इलैक्ट्रिसिटी के नालों। क्यों? क्योंकि यह स्पेस के ऊपर बेस्ड है, स्पेस चेंज के ऊपर डिपेंड करता है। की हो रहा है? स्पेस चेंज हो रही है बिटवीन टू मैगनेट्स। स्पेस चेंज नाल की हो रहा है? सेकेंड मैगनेट फर्स्ट मैगनेट एक्सर्ट फोर्स ऑन सेकेंड। ठीक है, तो की होएगा? डिले इन फोर्स, कुछ डिले हो जाएगा जो भी फोर्स अप्लाई होएगी। ठीक है ना? सो इसलिए जिहड़ा मैग्नेटिज्म का कॉन्सैप्ट है दैट इज़ स्लाइटली डिफरेंट फ्रॉम द कॉन्सैप्ट ऑफ इलैक्ट्रिसिटी। तो जिहड़ा ये कॉन्सैप्ट है इस कॉन्सैप्ट नू असी एक्सप्लेन कर सकते हैं यूजिंग द कॉन्सैप्ट ऑफ फील्ड। ठीक है, बट फील्ड का जिहड़ा कॉन्सैप्ट है वो एक मैथमैटिकल कॉन्सैप्ट है, बट अगर असी उसनू मैथमैटिकल फॉर्म दे विच रिप्रजेंट करना है या समझाना है वो थोड़ा डिफिकल्ट पार्ट है, और भी ज़्यादा डिफिकल्ट पार्ट है। सो उस कॉन्सैप्ट नू असी की करते हैं, जिवें असी इलैक्ट्रिसिटी दे विच उसनू थोड़ा सिंपल बना लिया सी बाय ड्राइंग द इलैक्ट्रिक लाइन्स ऑफ फोर्स, उसी तरह इत्थे भी असी की करांगे, उसे कॉन्सैप्ट नू यूज़ करांगे फील्ड लाइन के कॉन्सैप्ट नू किवें ड्रॉ करांगे? एक मैगनेट के ऊपर फील्ड लाइन्स नू ड्रॉ करांगे। ठीक है, सो कि किवें दसना है की प्रॉपर्टीज़ ने वो फील्ड लाइन्स दियां ते किवें असीं उसनू ड्रॉ कर सकते हैं। लेट्स सी, साडे कोल कोई भी मैगनेट है, उहदे दो पोल्स ने, साउथ पोल ते नॉर्थ पोल। पहला समझते हैं फिर राइट डाउन करांगे। तां जदों भी असी इलैक्ट्रिसिटी दे विच दसदे सी कि पॉजिटिव चार्ज तो स्टार्ट है एंड नैगेटिव चार्ज, उसी तरह जिहड़ियां मैगनेटिक फील्ड लाइन्स ने हमेशा नॉर्थ पोल तो स्टार्ट होंदियां ने ते साउथ पोल दे उपर एंड करदियां ने। स्टार्ट फ्रॉम नॉर्थ पोल एंड एंड एट साउथ। कोई भी फील्ड लाइन असी ड्रॉ करनी है हमेशा स्टार्ट करेगी नॉर्थ पोल तो, दे ऑलवेज फॉर्म क्लोज लूप। अगर असी इस सर्कल नू इमेजिनरी सर्कल नू कंप्लीट करिए तो साडे कोल लूप बन जाएगा। ठीक है, सो असी ये भी कह सकते हाँ कि मैग्नेटिक फील्ड लाइन्स प्रोड्यूस करंट लूप, ऑलवेज फॉर्म क्लोज लूप and they start from north pole and end at the south pole। दूसरी चीज़ सानू इथों की पता लग रही है कि जदों असी किसी भी पॉइंट के उपर डायरैक्शन दसनी होवे मैगनेटिक फील्ड दी, तां जिवें असी इलैक्ट्रिसिटी दे विच करदे सी कि इलैक्ट्रिक लाइन ऑफ फोर्स के उपर एक टेंजेंट ड्रॉ कर दिंदे सी, तां वो टेंजेंट सानू की दसदी सी? इलैक्ट्रिक फील्ड दी डायरैक्शन। सेम इज़ हेयर, जदों भी असी मैगनेटिज्म दे विच मैगनेटिक फील्ड लाइन्स की गल करते हैं तो की है, अगर साने मैगनेटिक फील्ड की डायरैक्शन दसनी है, जिहड़ा कि साडा टॉपिक है, अगर तुसीं ध्यान नाल देखिया होए तां की क्या सीगा कि मूविंग चार्जिस प्रोड्यूस मैगनेटिक फील्ड। असी दसना है मैगनेटिक फील्ड की हुंदा है, जो कि असी दस रहे हैं, इहदी डायरैक्शन की हुंदी है वो भी दसनी है, ते किवें असी फाइंड आउट करांगे वो भी दसांगे। ठीक है, सो
ਜਦੋਂ ਵੀ ਅਸੀਂ ਡਾਇਰੈਕਸ਼ਨ ਫਾइंड आउट करनी है ਤਾਂ ਅਸੀਂ ਕੀ ਕਰਾਂਗੇ, मैग्नेटिक फील्ड लाइंस के ऊपर टेंजेंट ਨੂੰ ड्रॉ करांगे। द टेंजेंट विल गिव यू द डायरेक्शन ऑफ मैग्नेटिक फील्ड एट दैट पॉइंट। ਤੁਸੀਂ ਕਿਸੇ ਵੀ ਪੁਆਇੰਟ ਦੇ ਉੱਪਰ ਡਾਇਰੈਕਸ਼ਨ ਮੈਗਨੈਟਿਕ ਫੀਲਡ ਦੀ ਕੈਲਕੂਲੇਟ ਕਰ ਸਕਦੇ ਹੋ ਬਾਈ ਸਿੰਪਲੀ ਡਰਾਇੰਗ ਦਾ ਟੈਂਜੈਂਟ ਐਟ दैट ਪੁਆਇੰਟ। ਕਲੀਅਰ। ਨੈਕਸਟ ਚੀਜ਼ ਕੀ ਪਤਾ ਲੱਗਦੀ ਹੈ ਸਾਨੂੰ, ਸਟਰੈਂਥ ਆਫ ਮੈਗਨੈਟਿਕ ਫੀਲਡ। ਸਟਰੈਂਥ ਕਿਸ ਤਰ੍ਹਾਂ ਪਤਾ ਚੱਲਦੀ ਹੈ, ਦੇਖੋ ਜਿੱਥੇ ਮੈਗਨੈਟਿਕ ਫੀਲਡ ਲਾਈਨਸ ਦੀ ਜਿਹੜੀ अमाउंट है ज़्यादा है, मीनस जिथे मैग्नेटिक फील्ड लाइन ज़्यादा ने ਇਹਦਾ मतलब ਉੱਥੇ मैग्नेटिक फील्ड बहुत ज़्यादा है। जिथे मैग्नेटिक फील्ड लाइन्स दूर दूर ने, ठीक है, ਉੱਥੇ ਅਸੀਂ ਕੀ ਕਹਿ ਸਕਦੇ ਹਾਂ, मैग्नेटिक फील्ड ਦੀ ਜਿਹੜੀ स्ट्रेंथ है वो घट है। जिवें ਤੁਸੀਂ इस पॉइंट ਤੇ देखो, कॉन्सनट्रेट करो, मैग्नेटिक फील्ड लाइन्स बहुत क्लोज ने, ठीक है, दैट मीनस कि ਇੱਥੇ मैग्नेटिक फील्ड ਦੀ स्ट्रेंथ ज़्यादा है। बट जिवें जिवें ਅਸੀਂ दूर जाते जावांगे मैगनेट तो मैगनेटिक फील्ड लाइन्स दे विच जिहड़ी डिस्टेंस है, स्पेसिंग है, वो इंक्रीज होंदी जाएगी। दैट मीनस उसकी जिहड़ी स्ट्रेंथ है वो घटती जाएगी। नाउ जिहड़ी असी यह प्रॉपर्टीज़ नूं डिस्कस किया, यह प्रॉपर्टीज़ सिमिलर ने, ऑलमोस्ट सिमिलर ने जो असी इलैक्ट्रिसिटी दे विच ऑलरेडी डिस्कस कर चुके हैं। बट फर्क की है कि इत्थे साडे कोल दोनों पोल्स नूं असी सैपरेट नहीं कर सकते, जबकि इलैक्ट्रिसिटी दे विच असी सैपरेट पॉजिटिव चार्ज ते सैपरेट नैगेटिव चार्ज दे लई भी फील्ड लाइन्स नूं ड्रॉ कीता सी। सो हुण असी देखदे हां की प्रॉपर्टीज़ ने। 2 मार्क्स दे विच ये क्वेश्चन बहुत बार पेपर दे विच पूछा जाता है, वट आर द प्रॉपर्टीज़ ऑफ मैग्नेटिक फील्ड लाइन्स। सो सब तो पहली प्रॉपर्टी की है, मैग्नेटिक फील्ड लाइन्स form closed loop imaginary lines हैं, closed loop बनानी है। magnetic field lines always start from north pole and end at south pole। magnetic field lines always start from north pole and end at south pole। clear। थर्ड पॉइंट की दस्या मैं थोनू कि इफ यू वांट टू फाइंड आउट द डायरेक्शन ऑफ मैग्नेटिक फील्ड तो की करना पड़ेगा, टेंजेंट ड्रॉ करनी पड़ेगी। द टेंजेंट विल गिव यू द डायरेक्शन ऑफ मैग्नेटिक फील्ड एट एनी पॉइंट। टेंजेंट टू मैग्नेटिक फील्ड लाइन at any point gives you the direction of magnetic field at that point। that point। clear। फोर्थ पॉइंट की है कि दस्या है मैं थोनू कि जिथे स्ट्रेंथ मैग्नेटिक फील्ड की ज़्यादा है उत्थे मैग्नेटिक फील्ड लाइन्स ने जिहड़ियां वो बहुत क्लोज होणगियां, ते जिथे स्ट्रेंथ घट है उत्थे मैग्नेटिक फील्ड लाइन्स ने जिहड़ियां वो काफ़ी दूर दूर होणगियां। क्राउडेड मैग्नेटिक फील्ड लाइन्स मीन्स स्ट्रेंथ ऑफ मैग्नेटिक फील्ड इज मोर। क्राउडेड मैग्नेटिक फील्ड लाइन्स means strength of magnetic field is more and vice versa। clear। means जिथे lines crowded ने strength ज़्यादा है, जिथे लाइन्स स्पेसिंग ज़्यादा है, क्राउडेड नहीं है, उत्थे मैग्नेटिक फील्ड भी घट है। क्लियर। लास्ट ते बहुत ही इंपॉर्टेंट पॉइंट
ਜਿਹਦੇ ਬਾਰੇ ਅਸੀਂ ਹੁਣ ਤੱਕ ਹਲੇ ਗੱਲ ਨਹੀਂ ਕੀਤੀ। ਅਗਰ ਤੁਹਾਨੂੰ ਯਾਦ ਹੋਏ ਇਲੈਕਟ੍ਰਿਸਿਟੀ ਦੇ ਵਿੱਚ ਉੱਥੇ ਅਸੀਂ ਕੀ ਕਿਹਾ ਸੀ ਕਿ ਦੋ ਇਲੈਕਟ੍ਰਿਕ ਫੀਲਡ ਲਾਈਨਸ ਕਦੀ ਵੀ ਇੰਟਰਸੈਕਟ ਨਹੀਂ ਕਰਦੀਆਂ। ਸੇਮ ਇਜ਼ ਟਰੂ ਫॉर ਮੈਗਨੈਟਿਕ ਫੀਲਡ ਲਾਈਨਸ ਆਲਸੋ। ਕਦੀ ਵੀ ਦੋ ਮੈਗਨੈਟਿਕ ਫੀਲਡ ਲਾਈਨਸ ਨੇ ਜਿਹੜੀਆਂ ਉਹ ਇੰਟਰਸੈਕਟ ਨਹੀਂ ਕਰਦੀਆਂ, ਔਰ ਇਹਦਾ ਰੀਜ਼ਨ ਵੀ ਤੁਸੀਂ ਆਈ ਥਿੰਕ ਇਲੈਕਟ੍ਰਿਸਿਟੀ ਦੇ ਵਿੱਚ ਪੜ੍ਹਿਆ ਹੋਵੇ ਕਿ ਕੀ ਹੈ। ਮੈਗਨੇਟਿਜ਼ਮ ਦੇ ਵਿੱਚ ਦੋ ਮੈਗਨੈਟਿਕ ਫੀਲਡ ਲਾਈਨਸ ਇੰਟਰਸੈਕਟ ਕਿਉਂ ਨਹੀਂ ਕਰਦੀਆਂ, ਉਸ ਦਾ ਆਨਸਰ ਇਹਨਾਂ ਪੁਆਇੰਟਸ ਦੇ ਵਿੱਚ ਹੀ ਹੈ। ਤੁਸੀਂ ਆਹ ਪੁਆਇੰਟ ਦੇਖੋ ਜਿਹੜਾ ਕਿ ਹੁਣੇ ਅਸੀਂ ਡਿਸਕਸ ਕੀਤਾ ਸੀ ਕਿ ਟੈਂਜੈਂਟ ਟੂ ਮੈਗਨੈਟਿਕ ਫੀਲਡ ਲਾਈਨ at any point gives you the direction of magnetic field at that point। ठीक है कि अगर असी मैगनैटिक फील्ड की डायरैक्शन फाइंड आउट करनी है, सिंपली किवें फाइंड आउट होएगी, मैगनैटिक फील्ड लाइन के उपर एक टेंजेंट नू ड्रॉ करो, जिधर टेंजेंट जाएगी वो तुहानू डायरैक्शन दसेगी मैगनैटिक फील्ड की। ठीक है, सपोज करो असी कह रहे हैं कि दो मैगनैटिक फील्ड लाइन्स ने जिहड़ियां ओह कट कर रही ने लाइक दिस। हुण एट द पॉइंट ऑफ इंटरसैक्शन की होएगा, टेंजेंट ड्रॉ की मैं, एक टेंजेंट आ भी पॉसिबल होगी। हुण सपोज करो मैं इसे पॉइंट पे मैगनैटिक फील्ड की डायरैक्शन फाइंड आउट करनी है। ठीक है, तो डायरैक्शन किस तरह फाइंड आउट होएगी, टेंजेंट ड्रॉ करके। बट इस पॉइंट पे तो दो तरह दी टेंजेंट्स ने, एक इस तरफ जा रही है एक इस तरफ जा रही है, तो केड़ी डायरैक्शन होएगी, नॉट पॉसिबल, एक्सप्लेन ही नहीं कर सकते। इसे करके कभी भी दो मैगनैटिक फील्ड लाइन्स ने जिहड़ियां वो इंटरसैक्ट नहीं करदियां, क्योंकि एट द पॉइंट ऑफ इंटरसेक्शन देयर विल बी टू डायरेक्शंस ऑफ मैगनेटिक फील्ड विच इज़ नॉट पॉसिबल। केड़ी डायरेक्शन होएगी नहीं दस सकते, इस करके असी कह सकते हैं कि नो टू मैगनेटिक फील्ड लाइन्स इंटरसेक्ट ईच अदर। नो टू मैगनेटिक फील्ड लाइन्स intersect each other। ते उधर रीजन की है, because at the point of intersection there we will get two directions of magnetic field which is not possible, so we can say that no two magnetic lines of force intersect ever। clear? So students, ਇਹ ਸੀਗੀਆਂ ਪ੍ਰੋਪਰਟੀਜ਼ ਮੈਗਨੈਟਿਕ ਫੀਲਡ ਲਾਈਨਸ ਦੀਆਂ। ਠੀਕ ਹੈ, ਤੇ ਕੀ ਦੱਸਿਆ ਸੀ ਕਿ ਮੈਗਨੈਟਿਕ ਫੀਲਡ ਲਾਈਨਸ ਨੇ ਜਿਹੜੀਆਂ ਇਮੇਜਨਰੀ ਕਲੋਜ਼ਡ ਲੂਪ ਨੂੰ ਫਾਰਮ ਕਰਦੀਆਂ ਨੇ, ਤੇ ਮੈਗਨੈਟਿਕ ਫੀਲਡ ਲਾਈਨਸ ਹਮੇਸ਼ਾ ਨਾਰਥ ਪੋਲ ਤੋਂ ਸਟਾਰਟ ਹੁੰਦੀਆਂ ਨੇ ਤੇ ਸਾਊਥ ਪੋਲ ਤੇ ਐਂਡ ਕਰਦੀਆਂ ਨੇ। ਟੈਂਜੈਂਟ ਟੂ ਦੀ ਮੈਗਨੈਟਿਕ ਫੀਲਡ ਲਾਈਨ always give you the direction of magnetic field at that point। ਤੇ ਕਰਾਊਡਡ ਮੈਗਨੈਟਿਕ ਫੀਲਡ ਲਾਈਨਸ ਦਾ ਕੀ ਮਤਲਬ ਹੁੰਦਾ ਹੈ ਕਿ स्ट्रेंथ ऑफ मैगनैटिक फील्ड ज़्यादा है, अगर स्पेसिंग ज़्यादा है फील्ड लाइन्स मीनस उन्होंने मैगनैटिक फील्ड की जी स्ट्रेंथ है वो घट है। नो टू मैगनैटिक फील्ड लाइन्स इंटरसेक्ट ईच अदर बिकॉज एट द पॉइंट ऑफ इंटरसेक्शन यू विल गेट टू वैल्यूज और टू डायरेक्शंस ऑफ मैगनैटिक फील्ड दैट इज़ नॉट पॉसिबल। क्लियर? सो स्टूडेंट्स, अज के लैक्चर दे विच असीं डिस्कस किया कि साइक्लोट्रॉन की कंस्ट्रक्शन किवें है, किवें कोई चार्जड पार्टिकल है जिहड़ा वो साइक्लोट्रॉन के अंदर मूव करता है, तो ऑसीलेटर का उत्थे की फंक्शन है, डीज की पोलैरिटी नूं ऑसीलेटर किस तरह चेंज करता है, किवें वो मूव करेगा तो अपनी वेलोसिटी नूं अप्रोक्सीमेटली इक्वल टू द वेलोसिटी ऑफ लाइट लैके आएगा। ठीक है, उस तो बाद हुण तक दे जो लैक्चर्स सी उत्थे असीं ये डिस्कस किया कि जिहड़ी फोर्स है वो किवें लग रही है अगर असीं किसी भी करंट कैरिंग वायर नूं मैगनैटिक फील्ड के अंदर रखते हैं। बट अज तो बाद हुण दे लैक्चर्स तो असीं की डिस्कस करांगे कि अगर कोई चार्ज है जिहड़ा वो मैगनैटिक फील्ड के अंदर मूव कर रहा है, अगर चार्जिस मूव कर रहे हैं तो वो मैगनैटिक फील्ड प्रोड्यूस करेंगे। सो असीं मीनिंग डिस्कस किया अज मैगनैटिक फील्ड का, तो ये डिस्कस किया कि मैगनैटिक फील्ड है जिहड़ा उसकी डायरैक्शन नूं असीं किवें फाइंड आउट कर सकते हैं। ठीक है, तो मैगनैटिक फील्ड इलैक्ट्रिक फील्ड के नालों किस तरह डिफर करता है, तो असीं डिस्कस कीतियां मैगनैटिक फील्ड लाइन्स दीयां प्रॉपर्टीज़। सो अज दे लैक्चर दे लई इन्ना ही। नैक्सट लैक्चर दे विच असीं डिस्कस करांगे कि अगर एक वायर दे विच करंट फ्लो कर रहा है, ठीक है, तो असीं कहने हैं मैगनैटिक फील्ड प्रोड्यूस हो रहा है, दैन हाउ कैन वी फाइंड आउट द डायरैक्शन ऑफ दैट मैगनैटिक फील्ड, वो असीं डिस्कस करांगे अपने अगले लैक्चर दे विच। थैंक यू।